91.1 FM ਤੇ ਮੇਰਾ ਨਾਮ ਹੈ ਜੀ RJ UV ਐਂਡ ਅੱਜ ਮੇਰੀ ਖੱਬੀ ਸੀਟ ਤੇ ਵੈਲ ਮੈਨੂੰ ਮੇਰੇ ਕਾਲਜ ਦੇ ਦਿਨ ਯਾਦ ਆ ਗਏ ਕਿਉਂਕਿ ਬਹੁਤ ਚਿਰ ਬਾਅਦ ਇੱਕ ਕੁੜੀ ਮੇਰੀ ਖੱਬੀ ਸੀਟ ਤੇ ਬੈਠੀ ਹੈ ਸਿਮਰਨ ਵੈਲਕਮ ਟੂ ਰੇਡੀਓ ਸਿਟੀ ਥੈਂਕ ਯੂ ਸੋ ਮਚ ਵੈਲਕਮ ਟੂ ਦ ਖੱਬੀ ਸੀਟ ਥੈਂਕ ਯੂ ਜੀ ਇਟਸ ਅ ਪਲੇਜ਼ਰ ਆ ਕੁੜੀ ਮੇਰੇ ਸ਼ਹਿਰ ਤੋਂ ਹੈ ਚੰਡੀਗੜ੍ਹ ਤੋਂ ਹੈ ਤੇ ਥੋੜੀਆਂ ਗੱਲਾਂ ਅੱਜ ਗੂੜੀ ਪੰਜਾਬੀ ਚ ਹੋਣਗੀਆਂ ਬਟ ਸਿਮਰਨ ਵੈਲਕਮ ਟੂ ਦਿੱਲੀ someone from Bombay who has a background in Chandigarh ਪਹਿਲਾਂ ਮੈਨੂੰ ਦੱਸੋ the three cities if I give you the three cities rank them in order of your preference ਕਿਹੜਾ ਤੁਹਾਨੂੰ ਸਭ ਤੋਂ ਪਸੰਦ ਹੈ ਕਿਹੜਾ ਸੈਕਿੰਡ ਨੰਬਰ ਤੇ ਕਿਹੜਾ ਥਰਡ ਨੰਬਰ ਤੇ ਹੈ ਓਕੇ ਬਸ ਤੁਸੀਂ offend ਨਾ ਹੋਇਓ ਹਾਂ ਪਲੀਜ਼ so it's always going to be Chandigarh number 1 then it's Bombay then it's Delhi ਸਾਡਾ ਸ਼ਹਿਰ ਤੀਜੇ ਨੰਬਰ ਤੇ ਬਟ ਠੀਕ ਹੈ ਓਕੇ ਸਰ this is technically not your share like ਤੁਸੀਂ ਚੰਡੀਗੜ੍ਹ ਮੇਰਾ ਚੰਡੀਗੜ੍ਹ ਹੈ ਯੈਸ ਸੋ ਖੱਬੀ ਸੀਟ ਮੈਂ ਹਮੇਸ਼ਾ ਆਪਣੇ ਪਹਿਲੇ ਜਿਹੜਾ ਵੀ ਗੈਸਟ ਆਂਦਾ ਉਸ ਤੋਂ ਆਹੀ ਪੁੱਛਦਾ ਖੱਬੀ ਸੀਟ ਇਜ਼ ਆਫ ਕੋਰਸ ਡਰਾਈਵਰ ਦੇ ਨਾਲ ਵਾਲੀ ਜਿਹੜੀ ਸੀਟ ਹੁੰਦੀ ਹੈ ਆਈ ਐਮ ਸ਼ੋਰ ਤੁਸੀਂ ਚੰਡੀਗੜ੍ਹ ਸ਼ਹਿਰ ਤੋਂ ਜਿੱਥੇ ਗੇੜੀਆਂ ਬਹੁਤ ਮਸ਼ਹੂਰ ਨੇ ਤੁਹਾਡਾ ਫਰਸਟ ਇਨਸਟੈਂਸ ਦੈਟ ਯੂ ਰਿਮੈਂਬਰ ਰਾਈਟ ਨਾਓ ਕਿ ਤੁਸੀਂ ਕਿਹੜੀ ਗੱਡੀ 'ਚ ਬੈਠੇ ਸੀਗੇ ਕਿਹਦੀ ਗੱਡੀ ਸੀਗੀ ਕਿਹੜਾ ਸਾਲ ਸੀਗਾ ਅੱਜ ਸ਼ਾਇਦ ਤੁਹਾਡੇ ਪੇਰੈਂਟਸ ਨੂੰ ਵੀ ਪਹਿਲੀ ਵਾਰ ਪਤਾ ਲੱਗੂਗਾ ਬਟ ਕਿਹੜੀ ਖੱਬੀ ਸੀਟ ਸੀਗੀ ਕਦੋਂ ਬੈਠੇ ਸੀ ਖੱਬੀ ਸੀਟ ਤੇ ਐਕਚੁਅਲੀ ਲਾਈਕ ਖੱਬੀ ਸੀਟ ਸੁਣ ਕੇ ਜਿਹੜਾ ਕਿੱਸਾ ਮੇਰੇ ਦਿਮਾਗ 'ਚ ਆਂਦਾ ਹੈ ਉਹ ਮੈਂ ਬੈਠੀ ਨਹੀਂ ਸੀਗੀ ਬਟ ਆਈ ਵਾਸ ਆਫਰਡ ਐਂਡ ਲਾਈਕ ਯੂ ਸੈਡ ਮੈਂ MCM ਦੀ ਪੜ੍ਹੀ ਹੋਈ ਹਾਂ ਐਂਡ MCM ਕਾਲਜ ਇਨ ਚੰਡੀਗੜ੍ਹ ਉਹ ਮਤਲਬ ਉਹ ਗੇੜੀ ਰੂਟ ਦਾ ਉਹ ਸੈਂਟਰ ਪੁਆਇੰਟ ਦਾ ਦੈਟਸ ਵੇਅਰ ਦ ਗੇੜੀ ਸਟਾਰਟ So I remember, I think my first year that college siga and my body like I was very new and shy and like very new to the college world. हजे दुनिया देखी नहीं कुछ भी. So मैं दा walk करके जा रही सीगी. I think I missed my college bus and I was going to find a cab or something maybe. So मैं walk करके main road तक जा रही सीगी. And कोई एक बंदा आया अपनी Scorpio से and he just like I was walking on the footpath and he just stopped his car right Anji Sonia and he opens his बारी सीट वाली बारी मेरे वाल कहंदा आजा बैठ जा मैं कहा शक्ल देखिए तो आपदी बट ये जे कोई चंडीगढ़ ਤੋਂ ਦੇਖ ਰਿਹਾ ਸੁਣ ਰਿਹਾ ਉਹਦੇ ਲਈ ਨਾਰਮਲ ਹਾਂ ਹੁੰਦਾ ਹੈ ਇਦਾਂ ਬਟ ਫॉर अदर ਪੀਪਲ ਇਟਸ ਵੈਰੀ ਨਿਊ ਯੈਸ ਬਟ ਹੁਣ ਦੱਸੋ ਤੁਸੀਂ ਪਹਿਲੀ ਵਾਰ ਬੈਠੇ ਕਦੋਂ ਸੀਗੇ ਮੈਂ ਤੁਹਾਨੂੰ ਆਫ ਕੈਮਰਾ ਦੱਸੂ ਨਹੀਂ ਖੱਬੀ ਸੀਟ ਦਾ ਪਰਪਸ ਹੀ ਆ ਹੈਗਾ ਆ ਖੱਬੀ ਸੀਟ ਆਈ ਥਿੰਕ ਖੈਰ ਆਪਾਂ ਉਹਦਾ ਬੈਠਨੇ ਆ ਬਟ ਆਈ ਥਿੰਕ ਦ ਫਰਸਟ ਸਪੈਸ਼ਲ ਵਨ ਵਾਸ ਇਨ ਬੰਬੇ itself because ਬੰਬੇ ਚ ਨਾ ਲੌਂਗ ਡਰਾਈਵਸ ਬਹੁਤ ਸੁੰਦਰ ਹੈ ਓਕੇ for a long drive ਤੁਸੀਂ let's say ਅੰਧੇਰੀ ਤੋਂ ਤੁਸੀਂ ਮਰੀਨ ਡਰਾਈਵ ਵੱਲ ਜਾ ਸਕਦੇ ਹੋ ਇਟਸ ਅ ਵੈਰੀ ਬਿਊਟੀਫੁਲ ਸਟ੍ਰੈਚ ਸਪੈਸੀਫਿਕਲੀ ਜੇ ਤੁਸੀਂ ਰਾਤ ਨੂੰ ਜਾ ਰਹੇ ਹੋ I remember being with this incredible musician like I really admire him a lot it wasn't a romantic khubbi seat but I think I have it's like the most cherished drives that I have ਕਿਉਂਕਿ ਨਾ ਅਸੀਂ ਇੰਨਾ ਰਿਚ ਮਿਊਜ਼ਿਕ ਅਸੀਂ ਸੁਣਦੇ ਗਏ ਸੀਗੇ ਅਸੀਂ ਸੁਣਦੇ ਜਾ ਰਹੇ ਹਾਂ ਰਾਤ ਦੇ I think 1-1:30 ਵਜਿਆ ਹੋਊਗਾ randomly like post dinner ਅਸੀਂ ਚਲੇ ਗਏ then we are at the marine drive ਅਸੀਂ ਕੋਈ ਤਾਂ ਪੁਰਾਣੀ ਰਿਕਾਰਡਿੰਗ ਕੋਈ ਗੁਲਾਮ ਅਲੀ ਸਾਹਿਬ ਦੀ ਰਿਕਾਰਡਿੰਗ ਸੁਣ ਰਹੇ ਸੀਗੇ and you have the whole ceiling view you have marine drive and ਇੱਥੇ ਮਤਲਬ ਗੁਲਾਮ ਅਲੀ ਸਾਹਿਬ ਚੱਲ ਰਹੇ ਗੱਡੀ 'ਚ ਸਭ ਕੁਝ ਤਾਂ ਰੋਮਾਂਟਿਕ ਹੈ ਸਿਮਰਨ ਸਭ ਕੁਝ ਤਾਂ ਰੋਮਾਂਟਿਕ ਹੈਗਾ ਕੀ ਰਹਿ ਗਿਆ it was ਆਈਸਕ੍ਰੀਮ ਲੈਣੀ ਸੀ ਬਸ ਤੁਸੀਂ it was with a senior musician so but it was a very beautiful drive ਹਾਏ ਸੈਟਿੰਗ ਤਾਂ ਬਹੁਤ ਸੋਹਣੀ ਸੀ ਵੈਸੇ ਹੈ ਨਾ ਚਲੋ ਸਿਮਰਨ ਚੌਧਰੀ suddenly this song pops on which is ਆ ਗਿਆ ਨੀ brilliant ਮੈਨੂੰ ਯਾਦ ਹੈ ਮੈਂ ਆਪਣੇ 뮤직 ਜਿਹੜੇ ਵੀ ਇੱਥੇ 뮤직 ਕਰਦੇ ਉਹਨਾਂ ਕੋਲ ਕਹਿੰਦਾ ਇਹ ਕੌਣ ਸੀ ਸਿੰਗਰ ਹੈ ਯਾਰ इसको बुलाया क्यों नहीं हमने इसको क्यों नहीं बुलाया and then this happens but there is a story है ना ਚੰਡੀਗੜ੍ਹ ਤੋਂ ਤੁਹਾਡੀ ਪੜ੍ਹਾਈ ਹੋਈ tell me the first brush with music the first brush with music happened the time I was born ਅੱਛਾ ਕਿਉਂਕਿ singing ਜਿਹੜੀ ਹੈ it is a God's gift to me trust me so ਮਤਲਬ ਮੇਰੇ ਮੰਮੀ ਪਾਪਾ ਥੈਂਕਫੁਲੀ ਉਹ ਇੰਨੇ ਅਵੇਅਰ ਸੀਗੇ ਕਿ ਉਹਨਾਂ ਨੇ ਇਹ ਚੀਜ਼ ਪਛਾਣੀ ਮੇਰੇ 'ਚ ਐਂਡ ਉਹਨਾਂ ਨੇ ਦੇਖਿਆ ਕਿ ਓਕੇ ਲਾਈਕ ਦਿਸ ਇਜ਼ ਸਮ ਟੈਲੈਂਟ ਸ਼ੀ ਹੈਜ਼ ਬੀਨ ਬਲੈਸਡ ਵਿਦ ਐਂਡ ਦਿਸ ਹੈਜ਼ ਟੂ ਬੀ ਪੋਲਿਸ਼ਡ ਮੇਰੇ ਪਾਪਾ ਆਈ ਵਾਸ 3.5 years old ਜਦੋਂ ਪਾਪਾ ਮੈਨੂੰ ਇੱਕ ਗੁਰੂ ਜੀ ਕੋਲ ਲੈ ਕੇ ਗਏ ਸੀਗੇ ਕਲਾਸੀਕਲ ਸਿਖਾਉਣ ਲਈ ਐਂਡ ਉਦੋਂ ਤੋਂ ਉਹ ਜਰਨੀ ਚੱਲਦੀ ਆ ਰਹੀ ਹੈ ਸੋ ਦੈਟਸ ਵੇਅਰ ਐਕਚੁਅਲੀ ਦ ਜਰਨੀ ਬਿਗਨ ਸਮਵਨ ਫਰਮ ਪੰਜਾਬ ਉਹ ਕਲਾਸੀਕਲ ਸਿੱਖੀ ਹੋਈ ਹੈ ਯਾਰ ਇਸ ਦੇ ਲਈ ਤਾਲੀਆਂ ਬਣਦੀਆਂ ਬਹੁਤ ਘੱਟ ਲੋਕੀ ਨੇ ਜੋ ਪੰਜਾਬ ਤੋਂ ਆ ਕੇ ਪਹਿਲਾਂ ਕਲਾਸੀਕਲ ਸਿੱਖਦੇ ਹਨ then they get in the commercial space so 3.5 ਸਾਲ ਤੋਂ ਸ਼ੁਰੂਆਤ ਹੋਈ yes and then
you know you learned classical and then ਅੱਜਕੱਲ ਦਾ ਜਿਹੜਾ ਦੌਰ ਹੈ ਗਾਇਕੀ ਦਾ, where do you fit in honestly? ਕਿਉਂਕਿ ਅੱਜਕੱਲ ਚੱਲਦੇ ਆ ਹੁੱਕ songs, WhatsApp ਤੇ 2 ਲੂਪ ਭੇਜਤੇ ਉਹਨੇ, ਮਿਊਜ਼ਿਕ ਕੰਪੋਜ਼ਰ ਨੇ 2 ਲੂਪ ਜੋ ਬਣਾਤੇ ਤੇ ਇਸ ਤੇ ਗਾ ਦੋ ਐਟਸੈਕਟਰਾ, ਐਂਡ ਦੈਨ ਸਡਨਲੀ ਯੂ ਆਰ ਸਮਵਨ ਹੂ ਨੋਜ਼ ਮਿਊਜ਼ਿਕ, ਲਰਨਸ ਮਿਊਜ਼ਿਕ, ਹੈਜ਼ ਲਰਨਡ ਮਿਊਜ਼ਿਕ. ਕਿੱਦਾਂ ਫਿਟ ਇਨ ਹੁੰਦੇ ਹੋ ਇਸ ਕਮਰਸ਼ੀਅਲ ਪੰਜਾਬੀ ਸਪੇਸ ਦੇ ਵਿੱਚ? ਸੋ ਪਤਾ ਹੈ ਇਸ ਚੀਜ਼ ਦੀ ਕਲਾਸੀਕਲ ਸਿੱਖਣ ਦੀ ਐਜ਼ underrated as it is in the current times, ਲੋਕੀ ਇੰਨੀ ਇੰਪੋਰਟੈਂਟ ਸਮਝ ਨਹੀਂ ਰਹੇ. ਬਟ ਮੇਰੇ ਗੁਰੂ ਜੀ ਕਿਆ ਕਰਦੇ ਸੀਗੇ ਕਿ ਬੇਟੇ ਜੇਕਰ ਲੰਬੀ ਰੇਸ ਦਾ ਘੋੜਾ ਬਣਨਾ ਨਾ, ਗ੍ਰਾਮਰ ਤਾਂ ਸਿੱਖਣੀ ਪਊਗੀ. ਇੱਕ ਛੋਟਾ ਜਿਹਾ ਇੰਗਲਿਸ਼ ਦਾ ਕੋਰਸ ਕਰਕੇ ਤੁਸੀਂ ਐਸੇ ਨਹੀਂ ਲਿਖ ਸਕਦੇ. ਲਾਈਕ ਯੂ ਕਾਂਟ ਸਪੀਕ ਇੰਗਲਿਸ਼ ਦੈਟ ਫਲੂਐਂਟਲੀ ਜੇ ਤੁਸੀਂ ਇੱਕ 2 ਮਹੀਨੇ ਦਾ ਕੋਰਸ ਕਰ ਲਿਆ. ਉਹਨੇ ਫਲੂਐਂਟ ਨਹੀਂ ਹੋ, ਜਦ ਤੱਕ ਤੁਸੀਂ ਗ੍ਰਾਮਰ ਵੱਲ ਨਹੀਂ ਜਾਓਗੇ ਉਦ ਤੱਕ ਤੁਹਾਡੇ ਬੇਸਿਕਸ ਕਲੀਅਰ ਨਹੀਂ ਹੋਣਗੇ. ਔਰ it's the same with music. ਮੇਰੇ ਗੁਰੂ ਜੀ ਹਮੇਸ਼ਾ ਕਹਿੰਦੇ ਸੀਗੇ ਕਿ you have to be an artist of all seasons. ਕਿ ਤੁਹਾਨੂੰ ਜੋ ਕੁਝ ਵੀ ਦੇ ਦਿੱਤਾ ਜਾਏ ਤੁਸੀਂ ਗਾ ਸਕਦੇ ਹੋ, ਬਟ ਉਹਦੇ ਲਈ ਤੁਹਾਡਾ ਬੇਸ, ਤੁਹਾਡੀ ਜਿਹੜੀ ਨੀਂਹ ਹੈ ਉਹ ਸਟਰੋਂਗ ਹੋਣੀ ਜ਼ਰੂਰੀ ਹੈ. ਸੋ ਜੇ ਤੁਸੀਂ ਮੈਨੂੰ ਪੁੱਛੋ ਕਿ where do I fit in, I would say I fit in everywhere. ਤੇ ਉਹ ਨੀਂਹ ਬਹੁਤ ਵਧੀਆ ਹੋਈ. then when you got the opportunity ਤੁਸੀਂ ਲਿਟਰੇਚਰ ਪੜ੍ਹੀ, which is again a very rare thing with music. First commercial performance या first commercial opportunity याद है ਤੁਹਾਨੂੰ, like the first stage, the first like a television moment, do you remember that? The television moment happened in 2013. Voice of Punjab season 4 ਮੈਂ ਕੀਤਾ ਸੀਗਾ, and ਉਹਦੇ ਚ ਮੈਂ semi finalist ਸੀਗੀ. ਫਿਰ 2016 ਚ Voice of Punjab season 6 ਕੀਤਾ ਜਿਹਦੀ ਮੈਂ finalist ਸੀ. ਸੋ ਉਹ ਸਾਰੇ ਜਿਹੜੇ ਐਕਸਪੋਜ਼ਰਸ ਆਏ, ਉਹ ਜਿਹੜੇ ਕੱਟ ਥਰੂਜ਼ ਜਿਹੜੇ ਮੈਨੂੰ ਮਿਲੇ, ਆਈ ਥਿੰਕ ਦੈਟ ਇਜ਼ ਵੇਅਰ ਆਈ ਕਾਈਂਡ ਆਫ ਸਟਾਰਟਡ ਬਿਲਡਿੰਗ ਮਾਈ ਓਨ ਕੌਨਫੀਡੈਂਸ ਆਲਸੋ, ਕਿ ਕੈਮਰਾ ਦੇ ਅੱਗੇ ਗੱਲ ਕਿਵੇਂ ਕਰਨੀ ਹੈ, ਕਿਵੇਂ ਆਪਦੇ ਆਪ ਨੂੰ ਪ੍ਰੈਜ਼ੈਂਟ ਕਰਨਾ ਹੈ. ਐਂਡ ਆਈ ਥਿੰਕ ਵੌਇਸ ਆਫ ਪੰਜਾਬ ਤੋਂ ਮੇਰੀ ਜਿਹੜੀ ਗਰੂਮਿੰਗ ਜਰਨੀ ਵੀ ਹੈ ਨਾ, ਉਹ ਵੀ ਉੱਥੋਂ ਹੀ ਸਟਾਰਟ ਹੋਈ ਹੈ. And then cut to 2018 and 19, the bigger names of Bollywood that you got an opportunity to get with. ਉਹਦੇ ਬਾਰੇ ਦੱਸੋ ਪਲੀਜ਼. ਸੋ 2019 ਜਦੋਂ The Voice ਹੋਇਆ, ਆਈ ਥਿੰਕ ਦੈਟ ਵਾਜ਼ ਮਾਈ ਟਰਨਿੰਗ ਪੁਆਇੰਟ. ਕਿਉਂਕਿ ਉਦੋਂ ਤੱਕ ਜਿੱਦਾਂ ਹੁੰਦਾ ਨਾ, ਲਾਈਕ ਬਹੁਤ ਸਾਲ ਲੱਗਦਾ ਇੱਕ ਬੰਦੇ ਨੂੰ ਆਪਦੇ ਆਪ ਨੂੰ ਫਿਗਰ ਆਊਟ ਕਰਨ ਚ ਕਿ ਮੇਰੇ ਸਟਰੈਂਥ ਕੀ ਹੈ, ਮੇਰੀ ਵੀਕਨੈਸ ਕੀ ਹੈ, ਮੈਨੂੰ ਆਪਦੀ ਕਿਹੜੀ ਚੀਜ਼ ਤੇ ਕੰਮ ਕਰਨਾ ਹੈ, ਕਿਹੜੀ ਚੀਜ਼ ਇਜ਼ ਲਾਈਕ ਗੁੱਡ ਅਬਾਊਟ ਮੀ, ਲਾਈਕ ਗੁੱਡਸ ਐਂਡ ਬੈਡਸ ਅਬਾਊਟ yourself. ਸੋ ਉਹ ਚੀਜ਼ਾਂ ਆਈ ਥਿੰਕ ਮੈਂ ਪ੍ਰੀਟੀ ਮਚ ਫਿਗਰ ਆਊਟ ਕਰਦੀ ਜਾ ਰਹੀ ਸੀਗੀ 2018 ਚ. I am into spirituality also, like मैं spiritual है गया, so I sit with myself a lot. Self talk बहुत करदी सीगी कि and like looking up to certain people कि हाँ यार इसमें कितनी अच्छी ये चीज़ है, मेरे को अपने आप में लेकर आनी है. So वो चीज़ां जेडी practices करते by the time I reached The Voice, I knew what I had to do. So The Voice, voice ਤੁਹਾਡੇ ਨਾਲ ਹਮੇਸ਼ਾ ਰਿਹਾ, ਭਾਵੇਂ ਵੌਇਸ ਆਫ ਪੰਜਾਬ ਹੋਵੇ, ਭਾਵੇਂ The Voice ਹੋਵੇ ਜਾਂ ਵੌਇਸ ਸਿੱਖੀ ਹੋਵੇ ਤੁਹਾਡੇ ਕੋਲ. How important in today's world is voice? I'm asking to someone or artist जो minus the auto tune हैगा. Wow, please tell I me. love that. Please. So ਮੈਨੂੰ ਲੱਗਦਾ ਲੋਕੀ ਨਾ ਕਈ ਵਾਰੀ realize ਨਹੀਂ ਕਰਦੇ, like when you ask somebody ki what's your favorite instrument, they probably say it's guitar or tabla or harmonium or whatever. I feel the biggest instrument somebody has been blessed with is your voice. Just train it well. ਸੋ ਐਜ਼ ਅ ਸਿੰਗਰ ਜੇ ਤੁਸੀਂ ਆਪਦੇ ਇਸ ਇੰਸਟਰੂਮੈਂਟ ਨੂੰ ਟ੍ਰੇਨ ਨਹੀਂ ਕਰ ਰਹੇ, ਫਿਰ ਹੋਰ ਕਿਸੇ ਇੰਸਟਰੂਮੈਂਟ ਦੇ ਨਾ ਮਤਲਬ ਉਹ ਸੰਗਤੀ ਨਹੀਂ ਬਣ ਪਾਉਗੀ, ਉਹ ਸੰਗਤ ਹੀ ਨਹੀਂ ਬਣ ਪਾਉਗੀ. ਫॉर द ਕੈਮਰਾ ਸਿਮਰਨ, ਫਰੋਮ ਅ ਟ੍ਰੇਨਡ ਆਰਟਿਸਟ, ਕਿੰਨਾ ਕੁ ਟਾਈਮ ਰਿਆਜ਼ ਲਈ ਲੱਗਦਾ ਹੈ, ਕਿੰਨਾ ਟਾਈਮ ਹਰ ਰੋਜ਼ ਤੁਸੀਂ ਦਿੰਦੇ ਹੋ? ਸੋ ਫॉर द ਕੈਮਰਾ, ਐਂਡ ਈਵਨ ਇਫ देयर ਵਾਜ਼ਨਟ ਐਨੀ ਕੈਮਰਾ, ਆਈ ਵੁੱਡ ਸੇ ਦ ਸੇਮ, ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਟੂ ਪ੍ਰੈਕਟਿਸ. ਮੇਰੇ ਗੁਰੂ ਜੀ ਕਹਿੰਦੇ ਸੀਗੇ ਕਿ ਜੇ ਤੁਸੀਂ ਇੱਕ ਦਿਨ ਪ੍ਰੈਕਟਿਸ ਨਹੀਂ ਕਰਦੇ, ਤੁਸੀਂ 10 ਦਿਨ ਪਿੱਛੇ ਚਲੇ ਜਾਂਦੇ ਹੋ. ਸੋ ਮੇਕ ਸ਼ੋਰ ਕਿ ਜੇ ਤੁਸੀਂ ਇੱਕ ਆਪਦੇ ਆਪ ਨੂੰ ਇੱਕ ਸਿੰਗਰ ਕਹਿ ਰਹੇ ਹੋ, ਸੋ ਮੇਕ ਸ਼ੋਰ ਵੈਨ ਯੂ ਸਟੈਪ ਇਨ ਟੂ ਦ ਇੰਡਸਟਰੀ ਯੂ ਆਰ ਆਲ ਪ੍ਰੀਪੇਅਰਡ, ਯੂ ਆਰ ਆਲ ਗੇਅਰਡ ਅਪ, ਐਂਡ ਤੁਹਾਨੂੰ ਜੋ ਗਾਣਾ ਦੇ ਦਿੱਤਾ ਜਾਵੇ ਤੁਸੀਂ ਇੱਕ ਮਿੰਟ ਲਈ ਵੀ ਨਾ ਤੁਹਾਡੇ 'ਚ ਹੈਜ਼ੀਟੇਸ਼ਨ ਨਹੀਂ ਹੋਣੀ ਚਾਹੀਦੀ ਕਿ ਇਹਦਾ ਸਕੇਲ ਮੇਰੇ ਲਈ ਫਿੱਟ ਬੈਠੂਗਾ ਜਾਂ ਔਰ ਦਿਸ ਜੌਨਰ ਇਜ਼ ਫਿੱਟ ਫॉर ਮੀ ਔਰ ਨਾਟ. ਯੂ ਸ਼ੁੱਡ ਬੀ ਪ੍ਰੀਪੇਅਰਡ ਫॉर ਦ ਰੇਸ. ਸੋ ਐਵਰੀਡੇ ਪ੍ਰੈਕਟਿਸ. ਐਵਰੀਡੇ ਪ੍ਰੈਕਟਿਸ, ਯੈਸ. ਸੁਪਰਬ. ਹੁਣ ਬਹੁਤ ਸੀਰੀਅਸ ਕੁਐਸਚਨ ਹੈ. ਇੱਕ ਪੰਜਾਬੀ ਇੰਡਸਟਰੀ ਦੇ ਵਿੱਚ which is male dominated, there are female artists also, but domination male artist ਦੀ ਹੈਗੀ ਹੈ. ਮੈਂ ਤਾਂ ਇਸ ਤਰ੍ਹਾਂ ਦੇ ਗਾਣੇ ਦੇ ਐਗਜ਼ਾਮਪਲ ਵੀ ਦੇ ਸਕਦਾ ਤੁਹਾਨੂੰ ਜਿਹੜਾ ਕੁੜੀ ਦਾ ਪਰਸਪੈਕਟਿਵ ਹੈ ਬਟ ਮੁੰਡਾ ਗਾ ਰਿਹਾ, ਹੈ ਨਾ. ਤੁਸੀਂ ਆਫ ਕੋਰਸ ਆਈ ਕੈਨ ਨੇਮ ਦ ਸਿੰਗਰਸ ਆਲਸੋ, ਬਹੁਤ ਵੱਡੇ ਵੱਡੇ ਨਾਂ ਹੈਗੇ. ਡੂ ਯੂ ਰੀਅਲੀ ਥਿੰਕ ਕਈ ਵਾਰੀ ਇਦਾਂ ਦੇ ਗਾਣੇ ਸੁਣ ਕੇ ਕਿ ਯਾਰ ਜ਼ਿਆਦਾ ਕੁੜੀ ਦੀ ਗੱਲ ਹੈ, ਲੈਟ ਅ ਫੀਮੇਲ ਸਿੰਗ ਦਿਸ, ਡੂ ਯੂ ਰੀਅਲੀ ਥਿੰਕ ਇਦਾਂ ਹੋਣਾ ਚਾਹੀਦਾ? ਬਟ
ਮੈਨੂੰ ਇਹ ਲੱਗਦਾ ਹੈ ਕਿ ਅੱਜ ਦਾ ਟਾਈਮ ਨਾ ਉਹ ਨਹੀਂ ਹੈ ਕਿ ਲੋ ਜੀ ਮੈਂ ਤੁਹਾਨੂੰ ਨਾ ਥਾਲੀ ਪਰੋਸ ਕੇ ਦੇ ਰਹੀ ਹਾਂ, ਲੋ ਜੀ ਚੱਖ ਲਓ। ਲੰਗਰ ਥੋੜੀ ਚੱਲ ਰਿਹਾ ਇੱਥੇ, ਹੈ ਨਾ। ਲੰਗਰ ਵਾਲਾ ਭਾਵ ਡਿਫਰੈਂਟ ਹੈ। it's not about ki let a female singer sing. It is about our female singers coming up with initiatives like that. Are they stepping up? Are they getting themselves on the pedestal where they can The question, stand for themselves? are they doing that? ਫਿਰ ਦੱਸੋ। ਪ੍ਰੋਬਲਮ ਹੀ ਉੱਥੇ ਆ। ਹੁਣ I don't blame, I mean like I am not into extremes. ਮੈਨੂੰ ਇਹ ਲੱਗਦਾ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਯਾਰ ਮਤਲਬ ਘਰ ਵਾਲੇ ਸਪੋਰਟ ਨਹੀਂ ਕਰ ਰਹੇ, ਜਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਯਾਰ ਕੁੜੀ ਆਪਦੇ ਆਪ ਚ ਯੂ نو ਲਾਈਕ ਸ਼ੀ ਇਜ਼ ਨਾਟ ਟੇਕਿੰਗ ਦੀ ਇਨੀਸ਼ੀਏਟਿਵ। ਇਟ ਹੈਜ਼ ਟੂ ਬੀ ਅ ਮਿਊਚੁਅਲ ਐਫਰਟ। ਜੇ ਤੁਸੀਂ ਬੈਕਡ ਅਪ ਨਹੀਂ ਹੋ ਤੁਹਾਡੀ ਫੈਮਿਲੀ ਵੱਲੋਂ ਤੇ ਦਿੱਕਤਾਂ ਆਉਂਦੀਆਂ। ਐਂਡ ਆਈ ਨੋ ਸੋ ਮੈਨੀ ਆਰਟਿਸਟ, ਫੈਬੂਲਸ ਆਰਟਿਸਟ, ਬਟ ਨਾਟ ਬੈਕਡ ਅਪ ਬਾਈ ਦ ਫੈਮਿਲੀ, ਐਂਡ ਜਿਸ ਕਰਕੇ ਉਹ ਫਰੰਟ ਚ ਨਹੀਂ ਆ ਪਾਉਂਦੇ। ਚਲੋ let me put this a very direct question to you. For example, ਕੋਈ ਲਿਰਿਕਸ ਰਾਈਟਰ ਹੈਗਾ ਪੰਜਾਬ ਚ, ਬੰਬੇ ਚ, ਹੁਣ ਤਾਂ ਬੰਬੇ ਵੀ ਬਹੁਤ ਪੰਜਾਬੀ ਲਿਰਿਕਸ ਰਾਈਟਰ ਬੈਠੇ ਨੇ, ਐਂਡ ਵੈਨ ਉਹਨਾਂ ਨੇ ਕੁਝ ਲਿਖ ਲਿਆ ਫਰੋਮ ਅ ਫੀਮੇਲ ਪਰਸਪੈਕਟਿਵ, ਉਹ ਕਿਸੇ ਵੱਡੇ ਨਾਂ ਜਾਂ ਕਿਸੇ ਮੁੰਡੇ ਤੋਂ ਜਾਣ ਬਜਾਏ ਇਫ ਦੇ ਕਮ ਟੂ ਯੂ ਔਰ ਅ ਫੀਮੇਲ ਆਰਟਿਸਟ, ਵਾਈ ਕਾਂਟ ਦੈਟ ਹੈਪਨ? ਕਿਉਂਕਿ ਇਦਾਂ ਤਾਂ 3-4-5 ਬਹੁਤ ਵੱਡੇ ਨਾਂ ਹੈ, ਜੈਸਮਿਨ ਹੈਗੀ ਹੈ, ਸੁਨੰਦਾ ਹੈਗੀ ਹੈ, ਨਿਮਰਤ ਖੇੜਾ ਹੈਗੀ ਹੈ, then you, and then the industry has a fair share of female singers. But lyrics writer की यार teamwork बहुत ज़्यादा हो गया है that I will get these songs to only the 2-3 artists and not a female artist. See, it is ਕੀ ਹੁੰਦਾ ਨਾ ਕਿ ਸਮਾਂ ਬਦਲਣ ਚ ਨਾ ਥੋੜਾ ਟਾਈਮ ਲੱਗਦਾ, ਬਟ ਬਦਲਦਾ ਰਿਹਾ, that is for sure. ਕਿਉਂਕਿ ਹੁਣ ਜੇ ਤੁਸੀਂ ਟੌਪ ਚਾਰਟਸ ਦੇਖੋ, it's not only male artists, it is female artists also, but it has to take time. Society ਦੇ ਮਾਈਂਡਸੈਟ ਨੂੰ ਚੇਂਜ ਕਰਨਾ ਕੋਈ ਓਵਰਨਾਈਟ ਦਾ ਗੇਮ ਹੋ ਨਹੀਂ ਸਕਦਾ। ਸੋ ਇੱਕ ਉਹ ਮਾਈਂਡਸੈਟ ਬਣਿਆ ਹੋਇਆ ਕਿ ਲਾਈਕ ਕਹਿਣ ਨੂੰ ਲੇਡੀਜ਼ ਫਰਸਟ ਹੁੰਦਾ, ਬਟ ਇਟਸ ਆਲਵੇਜ਼ ਮੈਨ ਫਰਸਟ। But there is what the change is. ਇੱਥੋਂ change ਆ ਰਹੀ ਹੈ। So now coming to the EP, Fokin Rani. This is where I own it. हाँ, please. You have the word Rani. Please ਮੈਨੂੰ ਇਸ EP ਬਾਰੇ ਦੱਸੋ about Fokin Rani. The idea, the name, Yes. and then the songs we have. So Fokin Rani is basically ਮੈਂ ਐਡਨ ਰਾਜਾ, ਐਡਨ ਇਜ਼ ਦ ਪ੍ਰੋਡਿਊਸਰ, ਰਾਜਾ ਲਿਰਿਸਿਸਟ ਹੈ, ਅਸੀਂ ਤਿੰਨੇ ਜਣਿਆਂ ਨੇ ਰਲ ਕੇ EP ਬਣਾਈ ਹੈ। The whole crux of the EP, or maybe like the idea of the EP, is because the three of us, we come from very similar backgrounds. ਅਸੀਂ ਤਿੰਨੇ ਜਣੇ ਇਹ ਜੇ ਮਾਹੌਲ 'ਚ ਪੈਦਾ ਹੋਇਆ, ਜਾਂ ਮਤਲਬ ਸਾਡੀ ਪਰਵਰਿਸ਼ ਹੋਈ ਹੈ ਜਿੱਥੇ ਮਿਊਜ਼ਿਕਲੀ ਸਾਨੂੰ ਬਹੁਤ ਕੁਝ ਫੀਡ ਕੀਤਾ ਗਿਆ। ਲਾਈਕ ਅਸੀਂ ਫੋਕ ਮਿਊਜ਼ਿਕ ਦੇ ਬਹੁਤ ਕਲੋਜ਼ ਰਹੇ ਹਾਂ, ਅਸੀਂ ਸੂਫੀ ਮਿਊਜ਼ਿਕ ਦੇ ਬਹੁਤ ਕਲੋਜ਼ ਰਹੇ ਹਾਂ। ਸੋ ਜਦ ਅਸੀਂ ਤਿੰਨ ਜਣੇ ਮਿਲੇ, ਦਿਸ ਵਾਸ ਲਾਸਟ ਈਅਰ ਓਨਲੀ, ਐਂਡ ਲਾਈਕ as the stars would align, we've been working together since then. They're fabulous artists. So Fokin Rani 'ਚ ਅਸੀਂ ਕੀ ਕੀਤਾ ਨਾ, ਸਾਡੇ ਬਚਪਨ ਦੀ ਜਿਹੜੇ ਛੋਟੇ ਛੋਟੇ ਜਿਹੜੇ ਆਪਾਂ ਪਰਕਸ ਨੋਟਿਸ ਕਰਦੇ, ਲਾਈਕ ਇਫ ਯੂਵ ਹਰਡ ਆ ਗਿਆ ਨਹੀਂ ਦੀ ਵਾਈਬ ਤੋਂ ਹਟ ਕੇ ਜੇ ਤੁਸੀਂ ਉਹਦੇ ਲਿਰਿਕਸ ਤੇ ਫੋਕਸ ਕਰੋਗੇ, ਯੂ ਵਿਲ ਐਕਚੁਅਲੀ ਅੰਡਰਸਟੈਂਡ ਇਟ ਇਜ਼ ਪਿਓਰਲੀ ਆਪਣੇ ਦਾਦੀਆਂ ਨਾਨੀਆਂ ਦੀਆਂ ਗੱਲਾਂ। ਲਾਈਕ ਉਹਨਾਂ ਦਾ ਹਸਬੈਂਡ ਚਲਾ ਗਿਆ ਹੈ ਨਾ ਕੰਮ ਤੇ, ਹੁਣ ਉਹ ਬਹਿ ਕੇ ਕੁਛ ਨਹੀਂ ਕਰ ਰਹੀ, ਉਹ ਉਹਦੀ ਬਿਚਿੰਗ ਕਰ ਰਹੀ ਆ, ਗੱਲ ਨਹੀਂ ਮੰਨਦਾ, ਕਲੇਸ਼ ਕਰਦਾ, ਜੇ ਮੈਂ ਬੂਹਾ ਟਾਈਮ ਨਾਲ ਨਾ ਖੋਲਾਂ ਤੇ ਹੋਰ ਮੇਰੇ ਨਾਲ ਲੜੀ ਜਾਊਗਾ, ਹੈ ਨਾ। 1 ਸਾਲ ਹੋ ਗਿਆ ਮੇਰੀ ਗਾਨੀ ਟੁੱਟੀ ਨੂੰ, ਮੈਂ ਕਦੋਂ ਦੀ ਇਹਨੂੰ ਕਹਿ ਰਹੀ ਹਾਂ, ਜੇ ਮੈਂ ਜਿਸ ਦਿਨ ਮੈਂ ਪੇਕੇ ਤੁਰ ਗਈ ਨਾ, ਦੇਖੀ ਮੈਨੂੰ ਆਵਾਜ਼ਾਂ ਮਾਰੂਗਾ। Those are the things. Yeah, big cute things. It's pure nostalgia. So that is what Fokin Rani is about. We've picked 4 concepts. We've made a storyline around them. We've made originals. We've composed them. We've मतलब packaging नवी है, but वो feeling पुरानी है. कितना lucky होता है for someone like you coming from a language which is Punjabi, जो folk rich बहुत है. I mean, for example, कोई बहुत बढ़िया artist है, but उन्हें पंजाबी नहीं आती, और she is not exposed to the folk of Punjab. Yes. She can be unlucky. मतलब सब कुछ ठीक है, but she just does not belong to the language. Yes, yes, yes. Do you really think that you're lucky the space and the time that you're born in, especially जब पंजाबी music इतना बढ़िया कर रहा है? 100%. I think जब मैं बॉम्बे भी रहनी हाँ, there are times and there are places when I'm specifically called to do Punjabi, क्योंकि वो अपना dialect है, अपनी language है, and we're so comfortable with it. Right now in the present era, it's a blessing. It's a blessing to be. मैं दसा तो I've been to Bombay 10 times in the past 5 months. उत्थे भी पंजाबी हुई हुई है. Full Punjabi. I think Bombay like कोई Bollywood film, I don't know, मतलब recent times च एक भी Bollywood film ਇਹ ਜੀ ਨਹੀਂ ਹੈ ਜਿਹਦੇ ਚ ਪੰਜਾਬੀ ਗਾਣਾ ਨਾ ਹੋਵੇ, and that is like the highlight of their movie. So ਜਿੰਨੇ ਸਿੱਧੂ ਦੇ ਫੈਨਸ ਮੈਨੂੰ ਲੱਗਦਾ ਦਿੱਲੀ ਆ, ਉਹਨੇ ਹੀ ਬੰਬੇ ਵੀ ਹੋਣਗੇ 100%, ਜਿੰਨਾ ਲੋਕਾਂ ਨਾਲ ਘੱਟੋ ਘੱਟ ਮੈਂ ਮਿਲਿਆ। Oh, this latest tattoo, like the last year मैं आपदा tattoo कराने गई सी, that's when we lost Sidhu.
ਐਂਡ ਜਦੋਂ ਮੈਂ ਟੈਟੂ ਕਰਾ ਰਹੀ ਸੀ ਬਿਲਕੁਲ ਮੇਰੀ ਨਾਲ ਵਾਲੀ ਸੀਟ ਤੇ ਇੱਕ ਬੰਦਾ ਸਿੱਧੂ ਦਾ ਟੈਟੂ ਕਰਾ ਰਿਹਾ ਸੀਗਾ ਐਂਡ ਹੀ ਵਾਸ ਅ ਨਾਨ ਪੰਜਾਬੀ ਹੀ ਵਾਸ ਅ ਨਾਨ ਪੰਜਾਬੀ Yeah, he ਤੁਸੀਂ was a ਪੁੱਛਿਆ non- ਇਸ ਤੋਂ ਕੀ ਜਾਣਦੇ ਹੋ ਆਈ ਬਹੁਤ ਥਿੰਕ ਪੰਜਾਬੀਆਂ ਦੀ ਨਾ ਪੇਰੈਂਟਸ ਤੋਂ ਪਤਾ ਲੱਗ ਜਾਂਦਾ ਆਈ ਡਿਡਨਟ ਹੈਵ ਟੂ ਆਸਕ ਓਕੇ ਤੁਸੀਂ ਸਿੱਧੂ ਦੀ ਗੱਲ ਕੀਤੀ ਹੈ ਆਈ ਰੀਅਲੀ ਥਿੰਕ that ਅੱਜ ਵੀ ਇੰਡਸਟਰੀ ਨਾ has not completely recovered from his loss ਯੈਸ musically also and ਜਿੰਨਾ ਕੁ ਉਹਨਾਂ ਨੂੰ ਰਿਸਪੈਕਟ ਮਿਲ ਰਹੀ ਹੈ ਕਦੇ ਮੌਕਾ ਮਿਲਿਆ ਟੂ ਗੈਟ ਅਪ ਐਂਡ ਕਲੋਜ਼ ਵਿਦ ਹਿਮ ਜਾਂ ਕਦੇ ਮੁਲਾਕਾਤ ਨਹੀਂ ਨਹੀਂ ਮੈਂ ਮਿਲ ਤਾਂ ਨਹੀਂ ਪਾਈ ਉਹਨਾਂ ਨੂੰ ਕਦੇ ਵੀ ਪਰ ਆਈ ਥਿੰਕ ਉਹਨਾਂ ਦਾ ਜਿਹੜਾ 뮤직 ਸੀਗਾ ਉਹਨਾਂ ਦੀ ਜਿਹੜੀ ਲੇਖਣੀ ਸੀ ਇਟ ਵਾਸ ਐਬਸੋਲੂਟ ਮਿਰਰ ਆਫ ਦ ਸੋਸਾਇਟੀ ਜਿਹੜੀ ਨਾ ਕਈ ਵਾਰੀ ਮਤਲਬ ਆਈ ਵੋਂਟ ਟਾਕ ਦਾ ਜਨਰਲਾਈਜ਼ ਸਟੇਟਮੈਂਟ ਨਹੀਂ ਦੇ ਰਹੀ ਬਿਕਾਜ਼ ਕੁਝ ਸੀਗੇ ਕੁਝ ਕੰਟਰੋਵਰਸ਼ੀਅਲ ਗਾਣੇ ਵੀ ਹੋਏ ਆ ਜੋ ਵੀ ਹੈ ਆਈ ਐਮ ਨਾਟ ਗੋਣਾ ਗੋ देयर ਪਰ ਕਾਫੀ ਚੀਜ਼ਾਂ ਉਹਨਾਂ ਨੇ ਨਾ ਜ਼ਿੰਦਗੀ ਦੀ ਸੱਚਾਈਆਂ ਲਿਖੀਆਂ ਐਂਡ ਇਨੀ ਘੱਟ ਏਜ 'ਚ ਜੇ ਕਿਸੇ ਨੂੰ ਆਹ ਚੀਜ਼ਾਂ ਪਤਾ ਲੱਗ ਜਾਂਦੀਆਂ ਦੈਟ ਟਰੂਲੀ ਮੀਨਸ ਕਿ ਉਹ ਬੰਦਾ ਨਾ ਆਪਦੇ ਆਪ ਨਾਲ ਅੰਦਰ ਬਹੁਤ ਕਨੈਕਟਡ ਹੈ ਲਾਈਕ ਉਹਨੇ ਬਹੁਤ ਇੱਕ ਟ੍ਰਾਂਸਪੇਰੈਂਟ ਲੈਂਸ ਨਾਲ ਦੁਨੀਆ ਨੂੰ ਦੇਖਿਆ ਹੋਇਆ ਤੇ ਸੱਚ ਵੈਸੇ ਲੋਕੀ ਸੁਣਨਾ ਚਾਹੁੰਦੇ ਨਹੀਂ ਹੈ that is why ਇਟਸ ਕੜਵਾ हाँ that is why this makes me remind Chamkila that is why it makes me remind Sidhu Moosewala again and coming to the space artists in Bombay versus artists in Punjab की difference हैगा there's a lot of difference that is what I want to know की difference है there is hell lot of a difference so they are beautiful in their own way they are fabulous in their own way ਪਰ ਬਸ ਆਈ ਥਿੰਕ ਜਿਹੜੀ ਆਈ ਥਿੰਕ ਉਹ ਸਟਰੈਂਥ ਵੀ ਹੈ ਤੇ ਉਹ ਵੀਕਨੈਸ ਵੀ ਹੈ ਪੰਜਾਬ ਦੇ ਆਰਟਿਸਟ ਦੀ ਮਤਲਬ ਪੰਜਾਬ ਚ ਆਈ ਹੈਵ ਸੀਨ ਮੋਸਟ ਆਰਟਿਸਟ ਦੇ ਵਰਕ ਐਟ ਈਜ਼ ਕਿ ਹਾਂ ਇੱਕ ਗਾਣਾ ਬਣ ਰਿਹਾ ਕੋਈ ਨਾ ਕੱਲ ਕਰਦੇ ਆ ਕੋਈ ਨਾ ਪਰਸੋਂ ਕਰਦੇ ਆ ਕੋਈ ਨਾ ਅਗਲੇ ਹਫਤੇ ਕਰਦੇ ਆ they are very much at ease which is why they are able to crack what they are cracking currently Bombay ਚ timelines ਬਹੁਤ ਚੱਲਦੀਆਂ professionalism basically yes it's very tight on professionalism which I also admire lekin ਉਹਦੇ ਚੱਕਰ ਚ like again you know there are two sides of a coin ਹੁਣ ਉਹਦੇ ਚੱਕਰ ਚ ਕੀ ਹੁੰਦਾ ਕਈ ਵਾਰੀ ਐਦਾਂ ਹੁੰਦਾ ਕਿ ਯਾਰ ਹੁਣ ਜਲਦੀ ਗਾਣਾ ਡਿਲੀਵਰ ਯਾਰ ਕ੍ਰੀਏਟਿਵ ਲੋਕੀ ਡੈਡਲਾਈਨ ਤੇ ਥੋੜੀ ਨਾ ਕੰਮ ਕਰ ਸਕਦੇ ਡੈਡਲਾਈਨ ਤੇ ਫॉर ਐਗਜ਼ਾਮਪਲ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਮੈਨੂੰ ਪਰਸੋਂ ਤੱਕ ਗਾਣਾ ਦੇਣਾ ਹੈ ਬਟ ਮੇਬੀ ਉਹ 2 ਦਿਨ ਤੁਸੀਂ ਉਸ ਜ਼ੋਨ ਦੇ ਵਿੱਚ ਨਹੀਂ ਹੋ ਹਾਊ ਕੈਨ ਕ੍ਰੀਏਟਿਵ ਪੀਪਲ ਹੈਵ ਡੈਡਲਾਈਨਸ ਬਟ ਆਈਲ ਟੈਲ ਯੂ ਛੋਟਾ ਜਾਂ 19 ਵੀ ਕਰਨ ਦਾ ਹਮੇਸ਼ਾ ਸਕੋਪ ਹੁੰਦਾ ਹੈ ਹੁਣ ਜੇ ਤੁਸੀਂ ਮੈਨੂੰ ਕਿਹਾ ਕਿ ਯਾਰ ਪਰਸੋਂ ਤੱਕ ਨਾ ਮੈਨੂੰ ਬਹੁਤ ਅਰਜੈਂਟਲੀ ਗਾਣਾ ਚਾਹੀਦਾ ਹੋ ਸਕਦਾ ਮੈਂ 2 ਦਿਨ ਬਾਅਦ ਲੈ ਲਾਂ ਬਟ ਉਹ 2 ਦਿਨ ਬਾਅਦ ਲੈ ਕੇ ਬਟ ਆਈ ਵਿਲ ਡਿਲੀਵਰ ਦ Song ਟੂ ਯੂ ਪਰ ਤੁਹਾਨੂੰ ਪਤਾ ਹੈ ਨਾ ਚਲੋ 48 ਨਹੀਂ 60 ਆਵਰਸ ਨੇ ਹਾਂ that is me ਪੰਜਾਬ ਪਲੱਸ ਬੰਬੇ ਬੰਬੇ ਹੋਗਾ ਉਹ ਐਨੀ ਹਾਊ ਪਰਸੋਂ ਤੁਹਾਨੂੰ ਗਾਣਾ ਦੇ ਦੂਗਾ that is the thing ਪਰ ਮੈਨੂੰ ਲੱਗਦਾ the strength of ਪੰਜਾਬ ਕਿਉਂ ਪੰਜਾਬ ਇਨਾ ਵੱਡਾ ਹੋਇਆ ਹੈ ਆਫ ਲੇਟ ਇਜ਼ ਕਿਉਂਕਿ ਉੱਥੇ ਗਾਣੇ ਐਫਰਟਲੈਸਲੀ ਬਣਦੇ ਹੈ effortlessly ਤੁਸੀਂ ਜਿਵੇਂ ਬੈਠੇ ਆ ਆਪਾਂ ਬੈਠੇ ਆ ਐਂਡ ਵੀ ਆਰ ਟਾਕਿੰਗ ਅਬਾਊਟ ਸਮਥਿੰਗ ਮੈਨੂੰ ਲੱਗਦਾ यार ये क्या लाइन बोली तूने क्या लाइन बोली हाँ सीधा ही फोन पे लिख के हाँ आई सेंड यू और इसके बाद आप क्या कर सकते हैं मशीन राइट नाउ पंजाब इज गाने दी मशीन सच्ची लाइक मतलब छाप रहे गाने एंड नॉट वन सॉन्ग ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਯਾਰ ਇਹ ਬਿਲੋ ਐਵਰੇਜ ਹੈ ਬਿਕਾਜ਼ the music there ਮੋਹਾਲੀ ਦੇ ਵਿੱਚ ਘੱਟੋ ਘੱਟ ਕੱਲੇ ਮੋਹਾਲੀ ਦੇ ਵਿੱਚ 150 200 ਸਟੂਡੀਓ ਨੇ ਆਰਾਮ ਨਾਲ every building every tower super before I let you go Simran I have to ask you ਤੁਹਾਡਾ favorite ਗਾਣਾ from your EP what is that song from my EP many songs I mean ਅਸੀਂ ਬਹੁਤ ਪਿਆਰ ਨਾਲ ਬਣਾਇਆਗਾ ਆਪਣਾ ਤਾਂ ਬੰਦੇ ਨੂੰ ਪਸੰਦ ਹੁੰਦਾ ਹੈ ਪਲੀਜ਼ ਹਾਂਜੀ I'll sing a song for you ਹਾਂ ਮਾਇਆ ਮਨ ਦਾ ਨਹੀਂ ਕਿਸੇ ਕੰਮ ਦਾ ਨਹੀਂ ਗੱਲ ਕਹਿਣੋ ਉਹ ਮੈਨੂੰ ਕਦੇ ਸੰਗਦਾ ਨਹੀਂ ਮੈਥੋਂ ਮੰਗ ਜਾਂਦਾ ਮੇਰੀ ਨੀ ਹੋ ਜਾਨ ਕੁੜੀਓ ਮੈਥੋਂ ਮੰਗ ਜਾਂਦਾ ਮੇਰੀ ਨੀ ਹੋ ਜਾਨ ਕੁੜੀਓ ਮੇਰੇ ਢੋਲੇ ਦੀ ਤਾਂ ਨੀਅਤ ਖਰਾਬ ਕੁੜੀਓ ਮੇਰੇ ਢੋਲੇ ਦੀ ਤਾਂ ਨੀਅਤ ਖਰਾਬ ਕੁੜੀਓ this is what the folk is ਜਿਸ ਤੇ ਬੈਂਟਰ ਹੁੰਦਾ ਹੈ ਜਿਸ ਤੇ ਨੋਸਟੈਲਜੀਆ ਹੁੰਦਾ ਹੈ ਤੇ ਇੱਕ ਦੂਜੇ ਤੇ ਨਾ ਕੱਸਦੇ ਰਹਿੰਦੇ ਆ ਕੰਚ ਕੱਸਦੇ ਰਹਿੰਦੇ ਆ which is great thank you so much but ਜਾਂਦੇ ਜਾਂਦੇ I have to say this ਆ ਸਾਰਾ Instagram ਦਾ ਪ੍ਰੈਸ਼ਰ ਹੈ ਆ ਗਿਆ ਨੀ please yes ਆ ਗਿਆ ਨੀ ਆ ਗਿਆ ਨੀ ਨਿਜਲੇ ਦਾ ਥਾਣੇਦਾਰੇ ਆ ਗਿਆ ਨੀ ਨਿਜਲੇ ਦਾ ਥਾਣੇਦਾਰੇ ਆ ਗਿਆ ਨੀ ਨਾ ਬੋਲਦੀ ਜੇ ਕੁੰਡਾ ਨਾ ਖੋਲਦੀ
ਨਾ ਬੋਲਦੀ ਜੇ ਕੁੰਡਾ ਨਾ ਖੋਲਦੀ ਨੀ ਲੜੈਂਦਾ ਬੇਈਮਾਨ ਜੇ ਮੈਂ ਨਾ ਬੋਲਦੀ ਨੀ ਲੜੈਂਦਾ ਬੇਈਮਾਨ ਜੇ ਮੈਂ ਨਾ ਬੋਲਦੀ आ गई नी the Fortune Rani EP is right here. Thank you so much Simran. ਬਹੁਤ ਮਿਹਰਬਾਨੀ ਐਂਡ ਰੱਬ ਕਰੇ ਤੁਸੀਂ ਫੋਕ ਦੇ ਜ਼ਰੀਏ ਪੰਜਾਬੀ ਲੈਂਗੁਏਜ ਦੇ ਜ਼ਰੀਏ ਬੰਬੇ ਧੁੰਮਾ ਪਾ ਦਿਓ ਐਂਡ ਇੰਟਰਨੈਸ਼ਨਲੀ ਯੂ ਹੈਵ ਵਾਟ ਯੂ ਐਕਚੁਅਲੀ ਡਿਜ਼ਰਵ ਐਂਡ ਦ ਡ੍ਰੀਮਸ ਦੈਟ ਯੂ ਹੈਵ ਥੈਂਕ ਯੂ ਜੀ ਬਹੁਤ ਮਿਹਰਬਾਨੀ ਥੈਂਕ ਯੂ